ਉਹਦੇ ਕੰਮ ਕਰਦੇ ਪਏ पहली बार किया सी, पहली बार फस गया ਪਹਿਲੀ ਦਫਾ ਕੀਤਾ जी। ਨਾਲ ਕੌਣ ਕੌਣ ਸੀ? दो जने ਪਹਿਲੇ ਕੋਈ ਵਾਰਦਾਤ ਕੀਤੀ वारदात नहीं की थी। ਯਾਨੀ ਕੱਚੇ ਖਿਲਾੜੀ था पुलिस ने तां फड़ लिया। कच्चे सी ताई फड़े गए ना, पक्के होंगे तो फड़ीचना ही, लेकिन थोड़ा वक्त लगना ही फड़न च भी। पुलिस ने सॉफ्टवेयर अपडेट किया है फिर। अस्सलाम वालेकुम नादरीन, 42 HDTV के साथ मैं हूं आपका होस्ट उमैर अली। नादरीन, इस वक्त मैं थाना सदर के अंदर मौजूद हूं। कार्रवाई करते हुए उन मुलजमान को गिरफ्तार किया है जो लोगों को लूटते हैं, उनकी बाइक छीनते हैं और बाद दफ़ा दौरान डकैती उनको फायर मार के कत्ल भी कर देते हैं। मुलजमान को पुलिस ने गिरफ्तार कर लिया है। आगे चलते हैं और उन मुलजमान से भी बात करेंगे कि वो इस तरह की वारदातें किस वजह से करते हैं और तफ्तीशी से भी बात करेंगे कि उन लोगों ने किस तरीके से इन मुलजमान को गिरफ्तार किया। अस्सलाम वालेकुम। वालेकुम सलाम। ਕੀ ਨਾਮ ਹੈ? इरफान अली जी। ਕੀ ਕੰਮ ਕਰਦਾ ਹੈ? ਅਸੀਂ ਦਿਹਾੜੀ ਮਜ਼ਦੂਰੀ ਕਰਦੇ ਕਿੱਥੋਂ ਦੇ ਰਹਿਣ ਵਾਲੇ? ਵਿਲੇ ਪੜਾਣੇ ਵਾਲੇ। ਤੇ ਪਰਚਾ ਤੁਹਾਡੇ ਤੇ ਕੰਨ ਹੋਇਆ ਸ਼ਨਾਖਤ ਦਾ ਡਕੈਟੀ ਦਾ। ਕੀ ਤੁਹਾਡੇ ਤੇ ਕੀ ਤੁਹਾਡੇ ਕੋਲ ਬਰਾਮਦ ਹੋਇਆ ਹੈ? ਕਿੱਥੋਂ ਹੋਇਆ ਹੈ? ਕੀ ਸੀਨ ਹੋਇਆ? ਸਾਡੇ ਕੋਲ ਤਾਂ ਮੋਟਰਸਾਈਕਲ ਸਿਰਫ 2 ਬਰਾਮਦ ਹੋਈਆਂ, ਹੋਰ ਕੁਝ ਨਹੀਂ ਆਇਆ। ਕਦੋਂ ਦੇ ਇਹ ਕੰਮ ਕਰਦੇ ਪਏ? ਪਹਿਲੀ ਵਾਰ ਕੀਤਾ ਸੀ, ਪਹਿਲੀ ਵਾਰੀ ਫਸ ਗਿਆ ਪਹਿਲੀ ਦਫਾ ਕੀਤਾ ਜੀ। ਨਾਲ ਕੌਣ ਕੌਣ ਸੀ? 2 ਜਣੇ ਸੀ ਬਸ। ਬਸ ਕਿੱਥੋਂ ਮੋਟਰਸਾਈਕਲ ਖੋਈ ਕਿੱਥੋਂ ਸਾਜੇ ਤੇ ਉਸ ਤੋਂ ਬਾਅਦ ਪੁਲਿਸ ਨੇ ਤੁਹਾਨੂੰ ਕਿਵੇਂ ਫੜਿਆ? ਅਸੀਂ ਰਸੂਲਪੁਰ ਮੋਟਰਸਾਈਕਲ ਖੋਈ ਹੈ। ਰਸੂਲਪੁਰੋਂ? ਹਾਂਜੀ। ਮਤਲਬ ਕਿ ਵਾਰਦਾਤ ਤੁਸੀਂ ਕਿਸ ਤਰੀਕੇ ਨਾਲ ਕਰਦੇ ਸਾਜੇ? ਮਤਲਬ ਜ਼ਹਿਰੀ ਗੱਲ, ਤੁਸੀਂ ਮੋਟਰਸਾਈਕਲ ਖੋਈ ਹੈ ਤੇ ਕਿਸ ਤਰੀਕੇ ਨਾਲ ਖੋਈ ਸੀ? ਬੰਦਾ ਆਂਦਾ ਪਿਆ ਰੋਕਿਆ, ਇੱਕ ਪਿਸਟਲ ਸੀ, ਕੀ ਸੀ, ਕਿਸ ਤਰੀਕੇ ਨਾਲ ਵਾਰਦਾਤ ਕੀਤੀ? ਪਿਸਟਲ ਸੀ ਸਾਡਾ। ਅੱਛਾ, ਫਿਰ ਉਹਨੂੰ ਡਕਿਆ, ਫਿਰ ਉਹਨੂੰ ਮੋਟਰਸਾਈਕਲ ਖੋਈ ਹੈ। ਹੋਰ ਕੀ ਖੋਇਆ ਉਹਦੇ ਕੋਲ? ਸਿਰਫ ਮੋਟਰਸਾਈਕਲ ਖੋਈ ਸੀ, ਹੋਰ ਕੁਝ ਨਹੀਂ ਸੀ ਉਹਦੇ ਕੋਲ। ਉਹ ਬੰਦੇ ਨੇ ਤੁਹਾਨੂੰ ਮਿੰਨਤਾਂ ਤਰਲੇ ਨਹੀਂ ਕੀਤੇ ਕਿ ਯਾਰ ਜਾਨ ਤੇ ਤੁਹਾਡੀ ਮਿਹਰਬਾਨੀ? ਨਹੀਂ। ਕਿਹੜੀ ਮੋਟਰਸਾਈਕਲ ਕਿਹੜੀ? ਚੈਨਾ ਦੀ ਸੀ ਚੈਨਾ ਦੀ ਜੀ। ਪਿਸਟਲ ਜਿਹੜਾ ਸੀ ਉਹ ਲਾਇਸੈਂਸੀ ਸੀ? ਨਹੀਂ, ਕਿੱਥੋਂ ਲਿਆ ਸੀ ਉਹ? ਪਤਾ ਨਹੀਂ ਭਾਈ ਦੇ ਕੋਲ ਸੀ। ਕਿਹੜੇ ਭਾਈ ਕੋਲ? ਇਹਦੇ ਕੋਲ। ਜਦੋਂ ਤੁਸੀਂ ਉਹਨੂੰ ਡੱਕਿਆ ਹੈ, ਉਸ ਟਾਈਮ ਪਿਸਟਲ ਕਿੰਨੇ ਕੋਲ? ਇਹਦੇ ਕੋਲ ਹੀ ਸੀ। ਮੋਟਰਸਾਈਕਲ ਖੋਈ, ਉਸ ਤੋਂ ਬਾਅਦ ਕੀ ਕੀਤਾ ਫਿਰ ਉਹਨੂੰ? ਫਿਰ ਅਸੀਂ ਕੱਚੀ ਕੋਠੀ ਚਲੇ ਗਏ ਸੀ। ਉੱਥੋਂ ਵਾਪਸ ਆਏ, ਕੋ ਡਾਲਾ ਆ ਰਿਹਾ ਸੀ, ਅਸੀਂ ਡਾਲਾ ਵੇਖ ਸਾਈਡ ਤੇ ਹੋ ਗਏ, ਪਿੱਛੇ ਲੱਗ ਗਏ ਸੀ ਸਾਡੇ। ਇਹਨਾਂ ਡਾ ਫੜ ਲਿਆ ਸਾਨੂੰ। ਨਹੀਂ, ਮੋਟਰਸਾਈਕਲ ਤੁਸੀਂ ਖੋਈ ਉਸੇ ਦਿਨ ਫੜੇ ਗਏ? ਨਹੀਂ, ਦੂਸਰੇ ਦਿਨ ਫੜੇ ਗਏ। ਦੂਸਰੇ ਦਿਨ ਉਹ ਮੋਟਰਸਾਈਕਲ ਤੇ? ਹਾਂਜੀ। ਉਸ ਤੋਂ ਬਾਅਦ ਦੂਸਰੀ ਮੋਟਰਸਾਈਕਲ ਜਿਹੜੀ ਫੜੀ ਜੀ ਤੁਹਾਡੇ ਕੋਲੋਂ, ਉਹ ਛੱਡਤੀ ਸੀ ਨਾ, ਦੂਸਰੀ ਫੜੀ ਸੀ, ਉਹਦੇ ਤੋਂ ਫੜੇ ਗਏ ਫਿਰ ਅਸੀਂ। ਨਹੀਂ, ਉਹ ਜਿਹੜੀ ਮੋਟਰਸਾਈਕਲ ਤੁਸੀਂ ਪਹਿਲੀ ਤਾਂ ਇਹ ਲਈ ਹੋ ਗਈ ਜਿਹੜੀ ਤੂੰ ਦੱਸਣਾ ਪਿਆ, ਜਿਹੜੀ ਦੂਸਰੀ ਵਾਰਦਾਤ ਕੀਤੀ ਸੀ ਉਹ ਕਿੱਥੋਂ ਦੀ? ਉਹ ਸਾਰੇ ਰੋਡ ਤੇ ਫੜੀ ਸੀ। ਉਹ ਕਿਸ ਤਰੀਕੇ ਨਾਲ ਵਾਰਦਾਤ ਕੀਤੀ? ਉਹ ਮੋਟਰਸਾਈਕਲ ਸਹੀ ਨਹੀਂ ਚੱਲਦੀ ਪਈ ਸੀ, ਉਹ ਤੇ ਖਲਾਰ ਗਿਆ, ਉਹਦੇ ਦੂਸਰੀ ਫੜੀ ਸੀ ਅਸੀਂ। ਉਹਦੇ ਤੇ ਕੱਚੀ ਕੋਠੀ ਚਲੇ ਗਏ ਸੀ। ਉੱਥੋਂ ਵਾਪਸ ਆ ਰਹੇ ਸੀ, ਫਿਰ ਅੱਗੋਂ ਡਾਲਾ ਰਿਹਾ ਸੀ, ਅਸੀਂ ਰਾਤ ਤੇ ਕੱਚੇ ਤੇ ਹੋ ਗਏ। ਪੁਲਿਸ ਨੇ ਕਿੱਥੋਂ ਫੜਿਆ ਤੁਹਾਨੂੰ? ਰਸੂਲਪੁਰ ਰੋਡ ਤੋਂ ਹੀ ਫੜਿਆ। ਰਸੂਲਪੁਰ ਰੋਡ ਤੋਂ ਮੋਟਰਸਾਈਕਲ ਲੈ ਕੇ ਜਾ ਰਿਹਾ ਸਾਜੇ, ਖੜੇ ਸਾਜੇ, ਕਿਸ ਤਰੀਕੇ ਨਾਲ ਪੁਲਿਸ? ਅਸੀਂ ਕਿੱਥੇ ਜਾ ਰਿਹਾ? ਉਹ ਘਰ ਨੂੰ ਜਾ ਰਹੇ ਸੀ। ਇਹ ਤਰ੍ਹਾਂ ਕੀ ਲੱਗਦਾ? ਇਹ ਦੋਸਤ ਹੈ ਦੋਸਤ ਲੱਗਦਾ ਜੀ। अस्सलाम वालेकुम। वालेकुम अस्सलाम। ਕੀ ਨਾਮ ਹੈ ਤੇਰਾ? असद इस्लाम। हैं? असद इस्लाम, ਕਿੱਥੋਂ ਦਾ ਰਹਿਣ ਵਾਲਾ ਹੈ? कोटा दक्षिण। ਤੁਹਾਡੀ ਦੋਸਤੀ ਕਿਵੇਂ ਹੋਈ? ਦੋਸਤੀ ਸਰ, ਉਹ ਮੈਂ ਇੱਥੇ ਮੇਲਾ ਲੱਗਾ ਸੀ ਭਾਲੇ ਪਿੰਡ ਤੇ, ਇਹਨਾਂ ਕੋਲ ਆਇਆ ਸੀ ਤੇ ਇਹਦਾ ਜਿਹੜਾ ਬਾਈ ਉਹ ਮੇਰਾ ਆਪਣਾ ਇਹਦਾ ਦੋਸਤ ਸੀ ਨਾ, ਜਿਹੜਾ ਉਹ ਸਾਡੇ ਨਾਲ ਕੰਮ ਕਰਦਾ ਸੀ ਸ਼ਟਰਿੰਗ ਦਾ। ਅੱਛਾ ਅਤੇ ਦੋਸਤੀ ਪਈ ਸੀ ਤੇ ਉਹ ਅਸੀਂ ਮੁਰਗਿਆਂ ਦਾ ਸ਼ੌਕ ਕਰਨ ਦਾ, ਮਤਲਬ ਲੜਾਉਣ ਦਾ, ਤੇ ਮੇਲੇ ਤੇ ਮੁਰਗੇ ਲੜਾਈ ਸੀ ਤੇ ਉੱਥੋਂ ਇਹਨਾਂ ਨਾਲ ਦੁਆਸਲਾਮ ਹੋਈ ਸੀ। ਇਹ ਮੁਰਗਾ ਲੜਾਇਆ ਸੀ। ਵਾਰਦਾਤ ਦਾ ਜ਼ੇਨ ਕਿਵੇਂ ਬਣਿਆ ਫਿਰ? ਵਾਰਦਾਤ ਦਾ ਜ਼ੇਨ ਜੀ ਬਸ ਐਵੇਂ ਇੱਕ ਦਿਨ ਬੈਠੇ ਸੀ ਤੇ ਜ਼ੇਨ 'ਚ ਸ਼ੈਤਾਨ ਆਇਆ। ਬਸ ਉਸ ਕੀ ਸੋਚ ਕੇ ਵਾਰਦਾਤ ਕੀਤੀ ਸੀ? ਮਤਲਬ ਕਿ ਪੁਲਿਸ ਨੂੰ ਪਤਾ ਨਹੀਂ ਲੱਗਣਾ ਜਾਂ ਕੀ ਸੋਚ ਕੀ? ਸੋਚ ਸਾਰਾ ਕੁਛ ਇਹ ਸੀ, ਪੁਲਿਸ ਨੂੰ ਵੀ ਪਤਾ ਲੱਗਣਾ, ਸਾਰਾ ਕੁਛ ਹੀ ਹੋਣਾ, ਲੇਕਿਨ ਮਜਬੂਰੀ ਸੀ ਉਸ ਟਾਈਮ। ਅਕਲ ਤੇ ਪਰਦਾ ਪੈ ਗਿਆ? ਅਕਲ ਤੇ ਪਰਦਾ ਪੈ ਗਿਆ। ਦੂਸਰੀ ਗੱਲ ਹੈ ਕਿ ਮਜਬੂਰੀ ਸੀ, ਪੱਠੇ ਦੇ ਕੰਮ ਕਰਨੇ ਆ, ਪੂਰੀ ਨਹੀਂ ਪੈਂਦੀ ਤੇ ਮਤਲਬ ਕੰਮ ਸੀ ਥੋੜਾ ਜਿਹਾ, ਉਹਦੇ ਵਾਸਤੇ ਪੈਸੇ ਚਾਹੀਦੇ ਸੀ ਤੇ ਉਹ ਪੈਸਾ ਮਤਲਬ ਕਿ ਅਸੀਂ ਮਿਹਨਤ ਮਜ਼ਦੂਰੀ ਕਰੀਏ ਤਾਂ ਉਹਨਾਂ ਇਕੱਠਾ ਨਹੀਂ ਸੀ ਹੋ ਰਿਹਾ। ਬਸ ਪੈਸਿਆਂ ਦੀ ਜ਼ਰੂਰਤ ਪੈ ਗਈ? ਬਸ ਉਹ ਘਰ ਦਾ ਕੋ ਐਸੀ ਕੋ ਕੰਮ ਨਾ, ਉਸ ਲਈ। ਉਸ ਤੋਂ ਪਹਿਲੇ ਕੋਈ ਵਾਰਦਾਤ ਕੀਤੀ? ਕੋਈ ਵਾਰਦਾਤ ਨਹੀਂ ਕੀਤੀ ਜੀ। ਯਾਨੀ ਕੱਚੇ ਖਿਲਾੜੀ था ਪੁਲਿਸ ਨੇ ਤਾਂ ਫੜ ਲਿਆ? ਕੱਚੇ ਸੀ ਤਾਂ ਹੀ ਫੜੇ ਗਏ ਨਾ, ਪੱਕੇ ਹੁੰਦੇ ਤੇ ਫੜੀਚਣਾ ਸੀ, ਲੇਕਿਨ ਥੋੜਾ ਵਕਤ ਲੱਗਣਾ ਹੀ ਫੜਨ 'ਚ ਵੀ। ਪੁਲਿਸ ਨੇ ਸੌਫਟਵੇਅਰ ਅਪਡੇਟ ਕੀਤਾ ਫਿਰ? ਜੀ ਕਿੰਨਾ? ਬਸ ਉਹ ਜੀ ਜਿੰਨਾ ਉਹਨਾਂ ਦਾ ਬਸ ਚੱਲਿਆ ਉਹਨਾਂ ਕੋਈ। ਮੋਟਰਸਾਈਕਲਾਂ ਤੁਸੀਂ 2 ਚੋਰੀ ਕੀਤੀਆਂ ਸੀ। ਜਦੋਂ ਤੁਸੀਂ ਕਿਸੇ ਬੰਦੇ ਕੋਲ ਮੋਟਰਸਾਈਕਲ ਖੋਈ, ਇਹਦੀ ਗੱਲ ਤੁਹਾਨੂੰ ਜ਼ਰੂਰਤ ਸੀ, ਤੁਸੀਂ ਆਪਣੀ ਜ਼ਰੂਰਤ ਪੂਰੀ ਕਰਨ ਵਾਸਤੇ ਅਗਲੇ ਬੰਦੇ ਕੋਲੋਂ ਮੋਟਰਸਾਈਕਲ ਖੋਈ ਹੈ। ਤੁਸੀਂ ਇਹ ਨਹੀਂ ਸੋਚਿਆ ਕਿ ਯਾਰ ਉਹ ਬੰਦੇ ਨੇ ਪਤਾ ਨਹੀਂ ਕਿਸ ਤਰੀਕੇ ਨਾਲ ਲਈ ਹੋਵੇ? ਪਰਮਾਨੈਂਟਲੀ ਨਹੀਂ ਖੋਈ ਜੀ, ਬਸ ਉਹ ਆਪਣੇ ਕੰਮ ਲਾਉਣ ਲਈ ਖੋਈ ਸੀ ਤੇ ਮੁੜ ਕੇ ਜ਼ਾਹਿਰੀ ਗੱਲ ਹੈ ਉੱਥੇ ਹੀ ਛੱਡ ਦਿੱਤੀ ਸੀ ਖੋ ਕੇ। ਇੱਕ ਖੋਈ ਹੈ, ਉਹ ਜਿਹਦੇ ਕੋਲ ਖੋਈ ਸੀ ਨਾ, ਉਹ ਮੋਟਰਸਾਈਕਲ ਜਿਹੜੀ ਪਹਿਲੇ ਖੋਈ ਉਹਨੂੰ ਦੇਤੀ ਵੀ ਤੂੰ ਆਪਣੇ ਘਰ ਜਾ। ਜਿਹੜੀ ਦੂਸਰੀ ਖੋਈ ਹੈ ਉਹ ਅਸੀਂ ਉਹਦੇ ਤੇ ਮਤਲਬ 2 ਕੰਮ ਕੀਤੇ ਸੀ ਤੇ ਅੱਗੋਂ ਡਾਲਾ ਆ ਰਿਹਾ। ਡਾਲਾ ਮਤਲਬ ਜ਼ਾਹਿਰੀ ਗੱਲ ਹੈ ਕਿ ਬਸ ਇਹ ਬਹਾਨਾ ਲੱਗਣਾ ਸੀ ਫੜਨ ਦਾ, ਤੇ ਉਹ ਡਾਲੇ ਨੂੰ ਵੇਖ ਕੇ, ਉਹ ਡਾਲਾ ਹੈਗਾ ਸੀ, 2 ਬੰਦੇ ਸੀ ਉਹਦੇ ਗਸ਼ਤ ਤੇ ਸੀ, ਉਹਨਾਂ ਨੂੰ ਵੇਖ ਕੇ ਅਸੀਂ ਥੱਲੇ ਨੂੰ ਮੋੜ ਗਿਆ ਤੇ ਉਹਨਾਂ ਫਿਰ ਸ਼ੱਕ ਕਰ ਲਿਆ ਵੀ ਫਾਲਟਰ ਨੇ। ਤੇ ਉਹ ਅਸੀਂ ਜਦੋਂ ਜਾਣ ਲੱਗੇ ਹਾਂ ਤੇ ਜਨਾਬ ਰਸਤੇ 'ਚ ਮਤਲਬ ਪੈਰ ਸਲਿਪ ਹੋਇਆ ਇਕੱਠੇ ਤੋਂ, ਉੱਥੇ ਮੋਟਰਸਾਈਕਲ ਡਿੱਗ ਪਈ, ਉੱਥੋਂ ਅਸੀਂ ਫੜੇ ਗਏ।
ਬਸ। ਨਹੀਂ ਜਿਹੜੇ ਬੰਦੇ ਨੂੰ ਤੁਸੀਂ ਪਹਿਲੀ ਮੋਟਰਸਾਈਕਲ ਖੋਈ ਉਹਨੂੰ ਕੋਈ ਹੋਰ ਮੋਟਰਸਾਈਕਲ ਦਿੱਤੀ? ਜੀ ਜੀ, ਅੱਛਾ, ਉਹ ਜਿਹੜੀ ਬੰਦੇ ਕੋਲ ਤੁਸੀਂ ਮੋਟਰਸਾਈਕਲ ਖੋਈ ਸੀ ਉਹਨੂੰ ਕਿਹੜੀ ਸੀ? ਉਹਦੇ ਕੋਲ ਵੀ ਐਵੇਂ ਛਕੜਾ ਜਾਏਗਾ ਸੀ ਮਾਡਲ ਪੁਰਾਣਾ, ਕੋਈ 9-10 ਮਾਡਲ ਹੈਗਾ ਸੀ। ਉਹਨੂੰ ਦਿੱਤੀ ਕਿਹੜੀ ਸਾਜੇ? ਉਹੋ ਹੀ ਦਿੱਤੀ ਸੀ ਉਹਨੂੰ। ਨਹੀਂ ਇੱਕ ਉਹੋ ਹੀ ਮਾਡਲ ਇੱਕ ਹੋਰ ਸੀ। ਕੁਛ ਨਹੀਂ ਹੋਇਆ ਕਿ ਮੈਨੂੰ ਮੇਰੀ ਮੋਟਰਸਾਈਕਲ ਨਹੀਂ ਹੋਰ ਟੱਕਰ ਗਈ? ਜੀ ਜੀ ਜੀ, ਉਹਨੂੰ ਇਹੋ ਮਤਲਬ ਜਿਹੜਾ ਪਹਿਲੇ ਖੋਇਆ ਨਾ ਉਹ 10 ਮਾਡਲ ਸੀ, ਜਿਹੜਾ ਉਹਦਾ ਖੋਇਆ ਉਹ 9 ਮਾਡਲ ਸੀ। ਮੈਂ ਕਿਹਾ ਤੂੰ ਇਹਦੇ ਤੇ ਕਰ ਜਾ, ਤੇ ਐਸਾ ਉਹਦੇ ਤੇ ਤਰਸ ਕਿਵੇਂ ਆ ਗਿਆ? ਮਤਲਬ ਤੁਸੀਂ ਉਹਨੂੰ ਮੋਟਰਸਾਈਕਲ ਦੇਤੀ ਕਿ ਘਰ ਚਲਾਏ ਲੈ? ਤਰਸ ਨਹੀਂ, ਉਹ ਬਸ ਮੋਟਰਸਾਈਕਲ ਥੋੜੀ ਜਿਹੀ ਹੌਲੀ ਸੀ। ਹਾਂਜੀ ਜੀ। ਨਹੀਂ, ਤੁਸੀਂ ਮੋਟਰਸਾਈਕਲ ਬੇਸਿਕਲੀ ਕੋਈ ਹੋਰ ਵਾਰਦਾਤ ਕਰਨ ਵਾਸਤੇ ਖੋਈ ਸੀ? ਕਿਹੜੀ ਵਾਰਦਾਤ ਸੀ ਜਿਹੜੀ ਤੁਸੀਂ ਕਰਨੀ ਸੀ ਔਰ ਤੁਸੀਂ ਉਹ ਕਰਨ ਤੋਂ ਬਾਅਦ ਮੋਟਰਸਾਈਕਲ ਹੀ ਵਾਪਸ ਦੇ? ਜੀ ਵਾਰਦਾਤ ਉਹੀ ਕਰਨੀ ਸੀ, ਬਸ ਜਿਹਨੇ ਪੈਸੇ ਚਾਹੀਦੇ ਸੀ ਉਹ ਕੰਮ ਹੋ ਗਿਆ ਸੀ। ਮੈਂ ਕਿਹਾ ਹੁਣ ਮੋਟਰਸਾਈਕਲ ਜ਼ਾਰੀ ਗੱਲ ਵਾਪਸ ਦਿੱਤੀ ਜਾਵੇ ਕਿ ਆਪਾਂ ਇਹਦਾ ਚਾਰ ਪਾਣਾ। ਕੀ ਕੰਮ ਕੀਤਾ ਸਰ? ਇਹ ਕੋ ਮਤਲਬ ਕੋਈ 4000-4500 ਰੁਪਇਆ ਰੋਕ ਕੇ ਬੰਦੇ ਕੋਲ ਖੋਇਆ? ਨਿਕਲਿਆ ਕਿ ਕਦੋਂ ਹੈ, 2 ਕੁ ਬੰਦੇ ਰੁਕੇ ਸੀ ਉਹਨਾਂ ਕੋਲ ਨਿਕਲਿਆ। ਲਕੀਰ ਤੇ ਫਕੀਰ ਨੇ ਸਾਰੇ ਅੱਜ ਕੱਲ ਭੁੱਖੇ ਨੇ, ਭੁੱਖੇ ਦੇ ਵਿੱਚ ਪੈ ਗਏ ਉਹ ਕੰਮ ਹੈ। ਹਾਂ, ਆਵਾਮ ਲੈ ਕੇ 200 ਫਿਰਦੀ ਹੈ ਤੇ 10 ਦਿਨ ਦੀ 2 ਲੱਖ ਹੈ। ਪੁਲਿਸ ਵਾਲਿਆਂ ਫਿਰ ਬੁਣ 'ਚ ਡੰਡਾ ਕਰਕੇ ਉਹ ਪਤਾ ਨਹੀਂ ਕੀ ਕਰਨਾ ਪੈਂਦਾ ਫਿਰ ਦੇਣ ਵਾਸਤੇ। ਬਸ ਯਾਨੀ ਕਿ ਤੁਸੀਂ ਖੋਇਆ 4000 ਹੈ ਤੇ ਤੁਹਾਡੇ ਤੇ ਪਿਆ ਕਿੰਨਾ? ਵਾਧੂ ਪੈ ਗਿਆ। ਜਿਹੜੇ ਬੰਦੇ ਕੋਲ ਖੋਇਆ ਉਹਨੇ ਕਿੰਨੇ ਕਿਹਾ ਮੇਰੇ ਕੋਲ? ਉਹਨੇ ਕਿਹਾ ਜਨਾਬ ਜੀ ਮੇਰੇ ਕੋਲ 70000 ਸੀ, ਐਡਾ ਵੱਡਾ ਮੋਬਾਈਲ ਸੀ ਤੇ ਉਹ ਪਤਾ ਨਹੀਂ ਕੀ ਲਿਖਾ ਗਿਆ। ਤੇ ਮੈਂ ਕਿਹਾ ਚਲੋ ਠੀਕ ਹੋ ਗਿਆ। ਜਦੋਂ ਤੁਸੀਂ ਵਾਰਦਾਤ ਕਰਦੇ ਹੋ ਜ਼ਾਰੀ ਗੱਲ ਪਿਸਟਲ ਲੋਡ ਕਰਕੇ ਅਗਲੇ ਬੰਦੇ ਦੇ ਸਿਰ ਤੇ ਰੱਖਦੇ ਹੋ, ਉਹਦਾ ਤਾਂ ਵੈਸੇ ਜਿਹੜਾ ਲੱਤਾਂ ਵਾਜ ਹੋ ਜਾਂਦੀਆਂ। ਉਹ ਸਰ ਜੀ ਪਿਸਟਲ ਲੋਡ ਕਰਕੇ ਕਿਤੇ ਪਿਸਟਲ ਤੇ ਗੋਲੀਆਂ ਵੀ ਨਹੀਂ ਸੀ ਹੈਗੀਆਂ ਜਦੋਂ ਫੜਿਆ ਸਾਨੂੰ। ਅੱਛਾ, ਪਿਸਟਲ 'ਚ ਗੋਲੀਆਂ ਨਹੀਂ ਹੈਗੀਆਂ? ਜ਼ਾਰੀ ਗੱਲ ਕਾਲੇ ਮੂੰਹ ਵਾਲੀ ਹੁੰਦੀ ਇਹੋ ਜਿਹੀ ਕਿ ਉਹਨੂੰ ਵੇਖ ਬੰਦਾ ਉਂਝ ਡਰ ਜਾਂਦਾ, ਭਾਵੇਂ ਜਿੱਡਾ ਕੋ ਮਰਜ਼ੀ ਜਿਗਰੀ ਵਾਲਾ ਹੋਵੇ। ਇਹ ਬਾਤ ਦਿਖਾਉਂਦਾ ਹੈ ਕਿ ਕਈ ਐਸੇ ਵਾਕਿਆਤ ਹੋਏ ਨੇ ਕਿ ਵਾਰਦਾਤ ਦੇ ਦੌਰਾਨ ਫਾਇਰ ਗਲਤੀ ਨਾਲ ਲੱਗ ਜਾਂਦਾ, ਅਚਾਨਕ ਬੰਦੇ ਦੀ ਡੈਥ ਵੀ ਹੋ ਜਾਂਦੀ ਹੈ। ਤੇ ਤੁਹਾਨੂੰ ਕਦੀ ਇਹ ਖਿਆਲ ਨਹੀਂ ਆਇਆ ਕਿ ਅਸੀਂ ਇਹ ਕੰਮ ਕਰਨ ਲੱਗੇ ਕੱਲ ਨੂੰ ਫੜੇ ਗਏ, ਫੈਮਿਲੀ 'ਚ ਸਾਡੀ ਕੀ ਇੱਜ਼ਤ ਹੋਵੇਗੀ, ਦੋਸਤਾਂ 'ਚ ਕੀ ਇੱਜ਼ਤ ਹੋਵੇਗੀ? ਸਰ ਇਸੇ ਲਈ ਤਾਂ ਪਿਸਟਲ 'ਚ ਗੋਲੀਆਂ ਨਹੀਂ ਸੀ ਰੱਖੀਆਂ, ਕਦੀ ਵੀ ਚੱਲ ਜਾਂਦੀ ਹੈ। ਬਸ ਉਹ ਦਾਬੇ ਲਈ ਖਾਲੀ ਰੱਖਿਆ। ਪਿਸਟਲ ਕਿੱਥੋਂ ਲਿਆ ਸੀ? ਪਿਸਟਲ ਐਵੇਂ ਬਸ ਉਹ ਕਿਸੇ ਦਾ ਮਾਰਿਆ ਸੀ ਐਵੇਂ। ਕਿੰਨੇ ਦਾ? ਉਹ ਵੀ ਡਿਕੇਟ ਸੀ। ਉਹਨਾਂ ਨੂੰ ਫੜਿਆ, ਉਹਨਾਂ ਕੋਲ ਪਿਸਟਲ ਖੋਇਆ, ਗੋਲੀਆਂ ਸੁੱਟ ਦਿੱਤੀਆਂ ਤੇ ਪਿਸਟਲ ਆਪਣੇ ਕਬਜ਼ੇ 'ਚ ਕਰਕੇ ਉਹਨੇ ਕਿਹਾ ਚਲੋ ਤੁਸੀਂ ਨਿਕਲੋ। ਹਾਂਜੀ। ਟੋਟਲ ਕਿੰਨੀਆਂ ਵਾਰਦਾਤਾਂ ਕੀਤੀਆਂ? ਟੋਟਲ ਇਹੋ ਹੀ ਆਪਣਾ 3 ਕੀਤੀਆਂ ਸੀ। ਉਸ ਤੋਂ ਪਹਿਲੇ ਕਦੀ ਨਾ ਕੋਈ ਵਾਰਦਾਤ ਕੀਤੀ ਨਾ ਕੋਈ ਚੱਕਰ। ਅਸੀਂ ਮਤਲਬ ਜੱਦੀ ਪੁਸ਼ਤੀ ਕੋਈ ਚੋਰ ਜਾਂ ਡਿਕੇਟ ਜਾਂ ਮਤਲਬ ਅਸੀਂ ਇਹ ਕੰਮ ਨਹੀਂ ਕਰਦੇ, ਲੇਕਿਨ ਇੱਕ ਜ਼ਿਹਨ 'ਚ ਸ਼ੈਤਾਨ ਆਇਆ ਸੀ। ਹਾਂਜੀ। ਸ਼ਾਦੀशुदा? ਨਹੀਂ, ਗੈਰ ਸ਼ਾਦੀशुदा। ਸਿਰਫ ਇਹ ਕਿ ਮਜਬੂਰੀ ਸੀ ਜਾਂ ਅਕਲ ਤੇ ਪਰਦਾ ਪੈ ਗਿਆ ਸੀ, ਜੋ ਮਰਜ਼ੀ ਲਾ ਲਓ। ਕਿੰਨੇ ਭੈਣ ਭਾਈ ਹੋ? ਜੀ 8 ਸਰ, 8 ਭੈਣ। ਵਾਲਦ ਸਾਹਿਬ ਹਯਾਤ ਨੇ? ਜੀ। ਕੀ ਕੰਮ ਕਰਦੇ ਨੇ? ਮਿਹਨਤ ਮਜ਼ਦੂਰੀ ਕਰਦੇ ਨੇ ਸਰ। ਤੁਸੀਂ ਜਿਹੜੀ ਗੱਲ ਇੱਕ ਮੁਆਸ਼ਰੇ ਦੇ ਵਿੱਚ ਰਹਿੰਦੇ ਹੋਏ ਆ, ਰਿਸ਼ਤੇਦਾਰ ਵੀ ਨੇ, ਭੈਣ ਭਰਾ ਵੀ ਨੇ, ਦੋਸਤ ਵੀ ਨੇ, ਉਹ ਤੁਹਾਨੂੰ ਹੁਣ ਜਦੋਂ ਵੇਖਣ ਦੇ ਜਾਂ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਤੁਸੀਂ ਇਸ ਵਾਰਦਾਤ ਦੇ ਵਿੱਚ ਫੜੇ ਗਏ ਹੋ, ਸ਼ਰਮਿੰਦਗੀ ਹੁੰਦੀ? ਸ਼ਰਮਿੰਦਗੀ ਸਰ ਹੁੰਦੀ ਹੈ ਕਿ ਆਪਣੇ ਆਪ ਤੇ ਅਫਸੋਸ ਵੀ ਹੁੰਦਾ ਹੈ। ਸ਼ਰਮਿੰਦਗੀ ਉਸ ਤੋਂ ਜ਼ਿਆਦਾ ਕਿ ਆਪਣੇ ਆਪ ਤੇ ਅਫਸੋਸ ਹੁੰਦਾ ਹੈ ਕਿ ਅਸੀਂ ਕਰ ਕੀ ਬੈਠੇ ਹਾਂ। ਇੱਥੋਂ ਜਦੋਂ ਤੁਸੀਂ ਰਿਹਾ ਹੋਣਾ ਹੈ ਉਸ ਤੋਂ ਬਾਅਦ ਕਦੀ ਇਸ ਤਰ੍ਹਾਂ ਦਾ ਕੰਮ ਕਰੋ? ਕਦੀ ਵੀ ਨਹੀਂ, ਜ਼ਿੰਦਗੀ 'ਚ ਨਹੀਂ ਕਰਾਂਗੇ। ਜਿਹੜੇ ਲੋਕ ਜਿਹੜੇ ਨੇ ਜ਼ਿੰਦਗੀ ਦੇ ਜੇਲ੍ਹ ਖਾਨਾ ਜਾਂ ਥਾਣੇ ਦਾ ਹਵਾਲਾ ਜੋ ਵੀ ਹੈ ਇੱਕ ਯੂਨੀਵਰਸਿਟੀ ਹੈ। ਇੱਥੋਂ ਜਾਂ ਤੇ ਬੰਦਾ ਕੁਝ ਸਿੱਖ ਕੇ ਨਿਕਲ ਜਾਵੇ। ਜਦੋਂ ਕੋਈ ਬੰਦਾ ਸਿੱਖ ਕੇ ਨਿਕਲੇਗਾ ਨਾ ਇਨਸ਼ਾਅੱਲਾ ਦੁਬਾਰਾ ਕੋਈ ਨਹੀਂ ਕਰੇਗਾ। ਕਿਉਂਕਿ ਬਾਹਰ ਲੋਕ ਇੱਥੋਂ ਜੇਲ੍ਹ ਜਾਂਦੇ ਨੇ, ਉੱਥੋਂ ਹੋਰ ਜ਼ਿਆਦਾ ਵੱਡੇ ਕ੍ਰਿਮੀਨਲ ਬਣ ਜਾਂਦੇ ਨੇ। ਜੀ ਸਰ, ਉਹ ਜੱਦੀ ਪੁਸ਼ਤੀ ਕਈ ਜੱਦੀ ਪੁਸ਼ਤੀ ਹੁੰਦੇ ਨੇ ਤੇ ਕਈ ਆਪਣੇ ਜਿਹੜਾ ਨਾ ਜੇਲ੍ਹ ਸਵਾਰ ਕਰਕੇ ਨਿਕਲਦੇ ਨੇ ਜੇਲੋਂ। ਅੱਛਾ, ਮੈਨੂੰ ਇਹ ਦੱਸੋ ਕਿ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਗਲਤੀ ਕਰਕੇ ਬਾਅਦ ਤੇ ਪਛਤਾਉਂਦੇ ਨੇ। ਤੁਹਾਡੇ ਨਾਲ ਇਹ ਸਾਰਾ ਵਾਕਿਆ ਹੋ ਚੁੱਕਿਆ ਹੈ, ਤੁਸੀਂ ਉਹਨਾਂ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਦੀ ਵਾਰਦਾਤਾਂ ਕਰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਸਰ ਅਸੀਂ ਉਹਨਾਂ ਨੂੰ ਵੀ ਇਹੋ ਮੈਸੇਜ ਦੇਣਾ ਚਾਹਾਂਗਾ ਕਿ ਮਿਹਨਤ ਕਰਕੇ ਖਾ ਲਓ। ਚੋਰੀ ਦਾ 50000 ਹੋਵੇ ਤੇ ਮਿਹਨਤ ਕੀਤੀ ਹੋਵੇ ਸਵੇਰ ਤੋਂ ਸ਼ਾਮ ਤੱਕ ਦਾ 500, ਉਹ 500 ਤੇ 50000 ਦੇ ਬਰਾਬਰ ਹੈ ਸਰ। ਕਿ ਮਿਹਨਤ ਕਰਕੇ ਖਾਓਗੇ ਤੇ ਮਜ਼ਾ ਆਏਗਾ। ਤੇ ਜਿਹੜਾ ਚੋਰੀ ਦਾ ਪੈਸਾ ਜਿਹੜਾ ਨਾ ਇੱਕ ਤੇ ਹਰਾਮ ਹੁੰਦਾ ਹੈ, ਦੂਸਰਾ ਇਹ ਆ ਕਿ ਉਹਦੇ ਨਾਲ ਪੂਰੀ ਨਹੀਂ ਪੈਂਦੀ। ਤੂੰ ਕੀ ਮੈਸੇਜ ਦੇਣਾ ਚਾਹਵੇਂ? ਬਹੁਤ ਸਾਰੇ ਲੋਕ ਜਿਹੜੇ ਇਸ ਤਰ੍ਹਾਂ ਦੀ ਸੋਚ ਰੱਖਦੇ ਨੇ ਜਾਂ ਇਸ ਤਰ੍ਹਾਂ ਦੀ ਵਾਰਦਾਤਾਂ ਕਰਦੇ ਨੇ, ਜ਼ਾਹਰੀ ਗੱਲ ਹੈ ਤੁਸੀਂ ਅਗਰ ਕੀਤਾ ਤਾਂ ਤੁਹਾਨੂੰ ਇਸ ਚੀਜ਼ ਦਾ ਪਛਤਾਵਾ ਹੈ, ਦੁਬਾਰਾ ਤੁਸੀਂ ਨਹੀਂ ਕਰੋ, ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਸਾਡਾ ਇਹੋ ਮੈਸੇਜ ਹੈ ਜਿਹੜੇ ਕਰਦੇ ਨੇ ਉਹ ਨਾ ਕਰਨ। नहीं करना चाहिए जी, गलत है, गलत है काम है। जी नाज़रीन, आपने इनकी बात सुनी। इनका कहना है कि हम लोगों ने 2 से 3 वारदातें की हैं, उसके बाद हम पकड़े गए। पैसों की कुछ ज़रूरत थी और कुछ इस तरह के हालात भी हैं कि हमारे मुल्क के अंदर महंगाई इतनी ज़्यादा हो चुकी है कि एक बंदा जो अपने घर का गुजर बसर नहीं कर सकता, फिर वो किसी न किसी ऐसी वारदात पे लग जाता है कि यार चलो मैं अपने घर का खर्चा चला लूँ, या किसी इस तरह की किसी काम के अंदर वो फंस जाता है। और एक वारदात के बाद दूसरी, तीसरी और आगे आगे वो एक ऐसी दलदल है जिसमें वो दंसता जाता है। तो मेरी तमाम ऐसे लोग जो इस तरह की सोच रखते हैं या इस तरह का काम करते हैं, उनसे गुजारिश है कि खुदारा इन कामों से बाहर आ जाएं और मेहनत की रोज़ी जो है ना
उसको तरजीह दें, वही काम करें जो जिसमें आप लोगों की इज्जत हो। मुलजमान की बात सुनी, मेरे साथ तफ्तीशी तैयब साहब मौजूद है जिन्होंने इन मुलजमान को गिरफ्तार किया है। मजीद मैं इनसे बात करूँगा क्योंकि मुलजम कहता है कि मैंने तकरीबन 2 से 3 वारदातें की हैं और उसमें जो बाइक छीनी थी वो भी वापस कर दी है। तो मजीद हम तैयब साहब से जानेंगे कि इनसे कौन कौन सी चीज़ें बरामद हुई हैं और इन्होंने कितनी एफर्ट करके इन मुलजमान को गिरफ्तार किया। अस्सलाम वालेकुम। जी वालेकुम सलाम। सर मुझे ये बताएं कि ये मुलजमान कहते हैं जी हमारे पास जो हम लोगों ने बाइक छीनी थी वो भी वापस कर दी है। टोटल हम लोगों ने 3 वारदातें की हैं, उसके अलावा कोई वारदात नहीं की। तो जब आप लोगों ने इनको गिरफ्तार किया है तो कितनी वारदातें इन्होंने ये कर चुके थे और क्या क्या चीज़ें इनसे बरामद हुई? जी बेसिकली ये हमने जनाब डीपीओ साहब कसूर के हुक्म के मुताबिक और एसडीपीओ साहब सदर और एसएचओ साहब के हमरा हमने ये मुलजमान को बड़ी मुश्किल से ट्रेस किया है। और बेसिकली ये हमने टेक्निकल बेसिस पे वर्क किया, जो सीडीआर्स के थ्रू, जियो फेंसिंग के थ्रू और जो सेफ सिटी के कैमरा जात हैं उनकी मदद से हमने मुलजमान, ये बेसिकली बड़ी ख़तरनाक गैंग है और ये दराने डिकेटी बंदे को फायर मारते हैं। और जब हमने इनको अरेस्ट किया है और उसके बाद हमने अकॉर्डिंग टू लॉ इनको ट्रीट किया तो काफ़ी रिकवरी हुई है। मोटरसाइकिलें डिकेटी शुदा और असला इनसे जो नाजायज़ असला था वो हमने रिकवर किया है। तो ये जो आप कह रहे हैं कि मुलजमान कहते हैं कि हमने 2 वारदातें की हैं, ये बिल्कुल झूठ है। ये बड़ी मतअद्दद जो वारदातें हैं इनका इन्होंने इंकशाफ किया है और ना कि इंकशाफ किया, हमने वो 110% जो है रिकवरी कर लिया। जो डिकेटियाँ हुई थी, जो इन्होंने वारदातें की थी, उसकी जब आप 100% रिकवरी कर रहे हैं तो इसका मतलब है कि वो जेन्युइन है। तो ये सब मुझे ये बताएं कि इस गैंग के अंदर कितने लोग शामिल हैं, क्योंकि ये अभी 2 लोग हैं, बाकी इनके कितने साथी हैं जो अभी बाहर जो है ना वो घूम रहे हैं और इंशाल्लाह वो जल्द पुलिस की गिरफ्त में होंगे? ये 4 और 5 बंदे, मतलब इनका एक पूरा ग्रुप है, एक गैंग है, बड़ी ख़तरनाक गैंग है, जिनमें से एक सरगना और एक उसका हमराई वो जो मेंबर है गैंग, वो हमने पकड़ लिया। बाकी 3 लोग रहते हैं, उनके पीछे हम चढ़े हुए हैं, इंशाल्लाह बहुत जल्द पकड़ लेंगे वो। आपके इलाके में जो इस तरह के लोग हैं उनको आप क्या मैसेज देना चाहेंगे, क्योंकि आप माशाल्लाह बहुत एक्टिव नज़र आते हैं, बहुत ज़्यादा इस तरह के जो मुलजमान हैं उनको आप पकड़ चुके हैं, तो उनको आप क्या मैसेज देना चाहेंगे अगर वो कर रहे हैं या अभी तक पुलिस की गिरफ्त में नहीं है, तो क्या कहना चाहेंगे? मेरा तो मैसेज उनके लिए यही है कि आप ये काम बिल्कुल छोड़ दें, अदरवाइज़ वो दिन दूर नहीं कि आप जेल में जाएंगे और आपको कड़ी से कड़ी सज़ा मिलेगी और इंशाल्लाह आप इबरत का निशान बनेंगे। ये बिल्कुल आपके लिए मैसेज है, मेरा क्लियर कट मैसेज है कि जैसे हमारे जनाब डीपीओ साहब हैं, एसडीपीओ साहब और एसएचओ साहब, जिस तरह हमारी पुलिस बनी हुई है आईजी साहब की तरफ से, तो इंशाल्लाह वो दिन दूर नहीं कि आप कहीं नहीं भाग सकते पुलिस से। और हम जिस तरह आपके पीछे लोग हम चढ़े हुए हैं, इंशाल्लाह बहुत जल्द हमारी गिरफ्त में आ जाएंगे, अदरवाइज़ ये काम आप छोड़ दें। जी नाज़रीन, आपने तैयब साहब की बात सुनी। वो लोग जो इस तरह की वारदातें करते हैं गिरफ्त में आएंगे और वो इबरत का निशान बनेंगे लोगों के लिए भी और इस मुआशरे के लिए भी, ताकि ये लोगों की दौरान डिकेटी बाद दफ़ा इस तरह भी होता है कि ये लोग किसी को फायर मार देते हैं, किसी की जान ले लेते हैं। ये इतने खतरनाक लोग होते हैं। बड़ा अच्छा इन्होंने मैसेज दिया है कि ये लोग जो इस तरह के काम करते छोड़ दें, नहीं तो फिर इंशाल्लाह वो जल्द जो है ना पुलिस की गिरफ्त में होंगे और इनको कड़ी से कड़ी सजा मिलेगी। इसके साथ ही अपने मेज़बान उमैर अली को इजाज़त दीजिए और देखते रहिए 42 TV। अल्लाह ने